अस्सलाम वालेकुम नज़र चौहान ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ 'ਚ ਇਸ ਵਕਤ ਦਰਜਾ ਹਰਾਰਤ ਬਾਹਰ 27 ਡਿਗਰੀ ਸੈਂਟੀਗ੍ਰੇਡ ਹੈ। ਬਹੁਤ ਜ਼ਬਰਦਸਤ ਮੌਸਮ ਹੈ, ਹਵਾ ਚੱਲ ਰਹੀ ਹੈ, ਵਿੱਚ ਥੋੜ੍ਹੇ ਥੋੜ੍ਹੇ ਬੱਦਲ ਵੀ ਸੂਰਜ 'ਤੇ ਆ ਜਾਂਦੇ ਨੇ। ਬਸ ਇਹ ਜਾਂਦੀ ਗਰਮੀਆਂ ਨੇ, ਜਾਂ ਤੁਸੀਂ ਆਟੋ ਮੈਨੂੰ ਕਹਿ ਲਓ। ਕਾਲੇ ਲੀੜੇ ਪਾਣੇ ਸ਼ੁਰੂ ਕਰ ਦਿੱਤੇ। ਕੱਲ ਮੇਰੇ ਕਾਲੇ ਟੀ ਦੀ ਬੜੀ ਤਾਰੀਫ ਹੋਈ, ਤੇ ਮੈਂ ਕੱਲ ਮੇਸਿਸ ਗਿਆ ਤੇ ਇਤਫਾਕ ਨਾਲ ਕੈਨਥ ਕੋਲ ਦੀ ਵਿetnam ਦੀ ਬਣੀ ਹੋਈ ਸੇਲ ਤੇ ਪਈ ਸੀ। ਤਾਂ ਮੈਂ ਕਿਹਾ ਚਲੋ ਜੀ, ਫਿਰ ਅਸੀਂ ਕਾਲੇ ਲੀੜੇ ਹੀ ਖੁਸ਼ਤੇ। ਮੈਨੂੰ ਅੱਛੀ ਕਾਲੀ ਸ਼ਰਟਸ ਇੱਕ ਦੋ ਹੈ ਨੇ, ਇੰਨੀ ਖੂਬਸੂਰਤ ਫਿਟਿੰਗ, ਬਿਲਕੁਲ ਨਰਮ ਪੋਲੀਐਸਟਰ ਵਾਲੀ ਨਹੀਂ ਮਿਲ ਰਹੀ ਸੀ। ਐਂਡ ਫਾਈਨਲੀ ਆਈ ਗੋਟ ਇਟ, ਆਈ ਹੈਵ ਇਨ ਰੈਡ। ਕਾਲਾ ਔਰ ਰੈਡ ਮੇਰੇ ਬੜੇ ਇਨਕਲਾਬੀ ਜਿਹੇ ਰੰਗ ਕਦੀ ਕਦੀ ਮੈਂ ਪਾ ਲੈਂਦਾ ਆ। ਅੱਜ ਦੀਆਂ ਸਿਆਸਤ ਦੀਆਂ ਖਬਰਾਂ, ਉਹੀ ਤੋਸ਼ਾਖਾਨਾ ਦਾ ਕੇਸ 8 ਘੰਟੇ ਚੱਲਿਆ ਜਨਾਬ ਸਾਹਿਬ, ਔਰ ਅੱਜ ਉਹਨਾਂ ਨੂੰ ਕੁਛ ਨਹੀਂ ਲੱਭਿਆ। ਉਹ ਜਿਹੜੇ ਪਹਿਲੇ ਗਵਾਹ ਸੀ ਉਹਨਾਂ ਨੂੰ ਬੈਰਿਸਟਰ ਨੇ, ਉਹ ਜਿਹੜਾ ਪਰਵੇਜ਼ ਕੇ ਕੀ ਉਹਦਾ ਹੈ, ਉਹਨੇ ਉਡਾਤਾ। ਤੇ ਉਹ ਕੱਲ ਜੀ ਇਹਦੇ ਮਿਲਟਰੀ ਸੈਕਟਰੀ ਲਈ ਕਹਿਤਾ ਪ੍ਰੋਸੀਕਿਊਸ਼ਨ ਨੇ। ਇਹਦਾ ਮਤਲਬ ਮਿਲਟਰੀ ਸੈਕਟਰੀ ਵੀ ਵਿਕ ਗਿਆ। ਬ੍ਰਿਗੇਡੀਅਰ ਸਾਹਿਬ ਜਿਹੜੇ, ਬ੍ਰਿਗੇਡੀਅਰ ਮੁਹੰਮਦ ਅਹਿਮਦ ਜਿਹੜਾ, ਉਹ ਵੀ ਇਮਰਾਨ ਖਾਨ ਦੀ ਕੱਲ ਫਾਇਰਿੰਗ ਲਈ ਕਬਰ 'ਚ ਠੋਕ ਦੇਗਾ ਕਿਲ। ਕੱਲ ਫਿਰ ਹੀਅਰਿੰਗ, ਲੈਟਸ ਸੀ ਵਾਟ ਹੀ ਸੇਜ਼। ਇੰਟਰਨੈਸ਼ਨਲ ਪੋਲਿਟਿਕਸ ਤੇ ਤੁਹਾਨੂੰ ਪਤਾ ਹੀ ਹੈ ਜੋ ਕੁਛ ਹੋ ਰਿਹਾ ਹੈ। ਅਰਬੇ ਇਕੱਠੇ ਨਹੀਂ ਹੋ ਸਕਦੇ। ਪਾਕਿਸਤਾਨੀ, ਉਹ ਤੁਹਾਨੂੰ ਦੱਸਿਆ ਸੀ ਕਿ ਜ਼ਰਦਾਰੀ ਵੀ ਬੱਚਿਆਂ ਸਮੇਤ, ਬਿੱਲੋ ਮੋਰੀ ਸਮੇਤ ਚੀਨ ਪਹੁੰਚਿਆ ਹੋਇਆ, ਔਰ ਗਾਂਡਾ ਵੀ ਬਾਹਰ ਚਲਾ ਗਿਆ ਹੈ। ਠੀਕ ਹੈ, ਇਹਨਾਂ ਨੂੰ ਕੀ ਪਰਵਾਹ, ਸਲਾਖ ਮਰਨ ਲੋਕ। ਠੀਕ ਹੈ ਜੀ, ਲੋਕਾਂ ਨੇ ਤੇ ਇਹਨਾਂ ਨੂੰ ਤੇ ਪਾਕਿਸਤਾਨ ਠੇਕੇ ਤੇ ਮਿਲਿਆ ਹੋਇਆ ਹੈ। ਦੇ ਓਨ ਪਾਕਿਸਤਾਨ। ਠੀਕ ਹੈ ਜੀ, ਫੌਜ ਓਨਸ ਪਾਕਿਸਤਾਨ। ਅੱਗੇ ਫਿਰ ਉਹ ਪਟੇ ਤੇ ਜਿਹਨੂੰ ਮਰਜ਼ੀ ਦੇਤਾ, ਪਟੇ ਤੇ ਉਹਨਾਂ ਨੇ ਇਹਨਾਂ ਨੂੰ ਦੇ ਦਿੱਤਾ। ਕੁਛ ਖਬਰਾਂ ਮੈਂ ਇੰਟਰਸਟਿੰਗ ਦੇਖ ਰਿਹਾ ਸੀ, ਜਿਨ੍ਹਾਂ 'ਚ ਮੈਂ ਪੜ੍ਹ ਰਿਹਾ ਸੀ ਕਿ ਉਹਨੂੰ, ਉਹ ਲੋੜੇ ਜਿਹੇ ਨੂੰ, ਜ਼ਾਕਿਰ ਨਾਇਕ ਨੂੰ ਏਡਜ਼ ਹੋ ਗਈ ਹੈ। ਹਾਂਜੀ, radical Islamic preacher Zakir Naik diagnosed with AIDS. Reportedly, he is currently hospitalized in Sunway Medical Center in Malaysia. ਮਿਲੋ ਇਹਨੂੰ, ਮੌਲਵੀ ਮੁਬੱਲਗ, ਮੁਸਲਮਾਨ ਮੁਬੱਲਗ ਹੋਵੇ ਤੇ ਲੌਂਡੇਬਾਜ਼ੀ ਨਾ ਕਰੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਔਰ ਮਲੇਸ਼ੀਆ 'ਚ ਜਿਹਦਾ ਪ੍ਰਾਈਮ ਮਿਨਿਸਟਰ ਹੈ ਇਸ ਵਕਤ, ਬੜਾ ਮਸ਼ਹੂਰ ਲੌਂਡੇਬਾਜ਼ ਹੈ। ਕਮਾਲ ਹੀ ਹੈ ਜੀ ਵੈਸੇ। अच्छा, फिर और कोई सी जी के आईएसआई की बैक हेरोइन लैब ज़िला खैबर में 200 रिफाइनरीज ऑपरेट कर रही थी। आईएसआई ने लोगों को हेरोइन स्मगलिंग के लाइसेंस दिए। एनएलसी सीआईए के हथियार लेकर जाती थी और वापस हेरोइन पाकिस्तान लाती थी। अंदाज़ा लाओ जी। ਇਹ ਡਰੱਗ ਪੈਡਲਿੰਗ ਜਿਹਦੇ ਲਈ ਮੈਨੂੰ, ਉਹ ਵੀ ਮੇਰਾ ਬੜਾ ਯਾਦ ਸੀ। ਉਹ ਆਪਣਾ ਫਰੰਟੀਅਰ ਪੋਸਟ ਵਾਲੇ ਜਿਹੜੇ ਨੇ, ਉਹ ਮੈਨੂੰ ਕਹਿੰਦੇ ਹੁੰਦੇ ਸੀ ਕਿ ਅਮਰੀਕਾ ਕਦੀ ਪਾਕਿਸਤਾਨ ਤੋਂ ਅਲੱਗ ਨਹੀਂ ਹੋਏਗਾ। ਅਮਰੀਕਾ ਡਰੱਗਸ ਦੀ ਵਜ੍ਹਾ ਨਾਲ ਪਾਕਿਸਤਾਨ 'ਚ ਹੈ। ਹੁਣ ਉਹ ਅਫਗਾਨਿਸਤਾਨ ਵਾਲਾ ਰੂਟ ਪ੍ਰੋਬਲਮ 'ਚ ਆ ਗਿਆ। ਤਾਲਿਬਾਨ ਦੀ ਵਜ੍ਹਾ ਨਾਲ ਅਫਗਾਨਿਸਤਾਨ ਪੋਪੀ ਨਹੀਂ ਗਰੋ ਹੋ ਰਹੀ, ਉਹ ਸਾਰੀ ਉੱਥੇ ਗਰੋ ਹੁਣ ਹੋ ਰਹੀ ਹੈ ਜਨਾਬ ਸਾਹਿਬ। ਇਸੇ ਲਈ ਤੇ ਗਾਂਡਾਪੁਰ ਬਣਿਆ ਹੋਇਆ। ਠੀਕ ਹੈ ਨਾ ਜੀ, ਦਿਸ ਇਜ਼ ਦ ਰੀਜ਼ਨ। ਦੇਖੋ ਤੁਹਾਡੀ ਫੌਜ ਕੀ ਕੀ ਕਰਦੀ ਹੈ। ਤੁਸੀਂ ਯੂ ਨੇਮ ਦ ਬਦਮਾਸ਼ੀ, ਯੂ ਨੇਮ ਮਨੀ ਲਾਂਡਰਿੰਗ, ਕਰਪਸ਼ਨ, ਡਰੱਗ ਕਾਰਟਲਸ। ਇੱਥੇ ਡਰੱਗ ਕਾਰਟਲਸ ਦੇ ਖਿਲਾਫ ਟਰੰਪ ਇੰਨਾ ਜ਼ਿਆਦਾ ਖਿਲਾਫ ਹੈ ਕਿ ਉਹ ਲੈਟੀਨੋ ਦੀ ਸ਼ਕਲ ਹੀ ਨਹੀਂ ਦੇਖਣਾ ਚਾਹੁੰਦਾ, ਕਿਉਂਕਿ ਲੈਟੀਨੋਜ਼ ਇਨਵੋਲਵ ਨੇ। ਉਹ ਕਹਿੰਦਾ ਸਾਰੇ ਹੀ ਮਰ ਜਾਣੇ ਦੇਖਣਾ। ਠੀਕ ਹੈ ਨਾ ਜੀ। ਉਹ ਰਹਿਮਤ ਅਲੀ ਆਫਰੀਦੀ, ਮੈਨੂੰ ਯਾਦ ਆ ਗਿਆ ਉਹਦਾ ਨਾਂ। ਠੀਕ ਹੈ ਜੀ, ਬਹੁਤ ਜ਼ਬਰਦਸਤ ਆਦਮੀ, ਅੱਲਾ ਉਹਨੂੰ ਜੰਨਤ ਨਸੀਬ ਕਰੇ। ਫਿਰ ਇੱਕ ਸੀ ਕਿ ਉਹ ਕੋਈ ਉੱਤੇ ਗਿਆ ਤੇ ਉਹਨੇ ਬੰਦੇ ਨੇ ਹੂਰਾਂ ਮਿਲੀਆਂ ਤੇ ਫੁੱਟ ਫੁੱਟ ਕੇ ਰੋने लगा। एक हूर ने पूछा रो क्यों रहे हो? बाबा जी कहने लगे वॉक और मतवाजन गजा के चक्कर में ना पड़ता तो कब का यहाँ पहुँच चुका होता है। सुना है पाकिस्तानी फौजी अरबों की हिफाजत करेगी। ये हराम खोर फौज है ही अमेरिका और इसराइल की फौज, कोई शक नहीं। इस फौज ने इसराइली जंग में फ़लस्तीन का झंडा नहीं लहराने दिया। इसी फौज ने बरास्ता यूक्रेन इसराइल को गोला बारूद सप्लाई किया। अमेरिका चाहे तो हमें एक दिन में दुनिया के नक्शे से मिटा दे। ये हराम खोर जिंदगी की हर जंग में हारे। अब आखिरी जंग सिर्फ 3 घंटे लड़े, वो भी सिर्फ एयरफोर्स लड़ी। 5,000 तालिबान से 25 साल से लड़ रही है और हमेशा हारी है। ठीक है जी। अभी इस हफ्ते 25 फौजी हलाक हुए हैं। ਜ਼ਾਤ ਦੀ ਕੰਗੜੀ ਤੇ
ਸ਼ਤੀਰਾਂ ਕੋ ਚੁੱਭੇ। ਹਾਂਜੀ, ਅੰਦਾਜ਼ਾ ਲਾ। ਅਖੇ ਕੀ ਯਾਦ ਕਰਵਾ ਦਿੱਤਾ ਹੈ ਨਜ਼ਰ ਸਾਹਿਬ ਤੁਸੀਂ ਮੌਲਾਨਾ ਰੂਮੀ ਦਾ ਨਾਮ ਲੈ ਕੇ। ਮੈਂ ਅੱਜ ਦਿਨ ਤੱਕ ਜਿੰਨੇ ਵੀ ਉਲਮਾ ਵਗੈਰਾ ਨੂੰ ਸੁਣਿਆ ਜਾਂ ਫਿਰ ਪੜ੍ਹਿਆ ਏ, ਰੂਮੀ ਦੇ ਪਾਏ ਵਾਲਾ ਕਿਸੇ ਇੱਕ ਨੂੰ ਵੀ ਨਹੀਂ ਪਾਇਆ। ਰੂਮੀ ਐਸੀ ਸ਼ਖਸੀਅਤ ਹੈ ਕਿ ਜਿਹਨੂੰ ਬੰਦਾ ਪੜ੍ਹਨ ਲੱਗ ਪਵੇ ਤੇ ਉਹ ਆਪਣੇ ਪੜ੍ਹਨੇ ਵਾਲੇ ਬੰਦੇ ਨੂੰ ਖੁਦ ਉਸ 'ਤੇ ਆਪਣੇ ਆਪ ਵਿੱਚੋਂ ਹੀ ਗਾਇਬ ਕਰ ਦਿੰਦਾ ਹੈ। ਮਾਸ਼ਾਅੱਲਾ, ਜਜ਼ਾਕ ਅੱਲਾ ਖੈਰ। ਅੱਲਾ ਖੈਰ, ਤੁਹਾਡਾ ਵੀਲੌਗ ਸੁਣ ਕੇ ਮਜ਼ਾ ਆਇਆ। ਯੈਸ, ਮੌਲਾਨਾ ਰੂਮੀ ਇਜ਼ ਲਾਈਕ ਦੈਟ। ਔਰ ਰੂਮੀ ਸੈਂਟਰ ਹੀ ਹਮ ਇਧਰ ਲਿਵਿੰਗ ਲੌਂਜੀਵਿਟੀ ਸੈਂਟਰ ਜਿਹੜਾ ਮੈਂ ਬਫੇਲੋ 'ਚ ਬਣਾਉਣਾ ਚਾਹੁੰਦਾ, ਉਹਦਾ ਨਾਮ ਰੂਮੀ ਲੌਂਜੀਵਿਟੀ ਸੈਂਟਰ ਹੀ ਹੋਏਗਾ। ਸਾਡੇ ਲੰदन ਦੇ ਸੈਂਟਰ ਦਾ ਵੀ ਉਹੀ ਨਾਮ है। ठीक है जी। पाकिस्तान से लाखों कंटेनर पकड़कर अपने इक़्तिदार के बचाव के लिए एक शहर में लगा देते हैं। सैलाब ज़दगान के लिए किश्ती तक दस्तयाब नहीं। यस, ये तो फैक्ट है। अच्छा जी, फिर पहले पंजाब की वज़ीर आला एन उस वक्त जापान के दौरे पर चली गई जब उसका सूबा डूबने को था, और अब जरदारी साहब चीन के 10 रोज़ा दौरे पर चले गए हैं जब सिंध डूब रहा है। ना मरियम जापान है से जिसकी डिज़ास्टर मैनेजमेंट दुनिया में नंबर 1 है, कुछ सीख कर लौटी, और ना ही जरदारी साहब कुछ सीख कर आएंगे। वो तो मौज मेले मज़े बदमाशी फ्रॉड ली गए सर जी। सब कुछ और है तो जिसको खुद समझता है, ज़वाले बंदाए मोमन कभी ज़री से नहीं। अलामा इकबाल ज़रब मुसलमान का जबाल ज़रब कलीम दा शेर है। इनू इमरान बखारी पीर साहब ने खानेवाल तो भेजे तशरीह दे नाल। अलामा इकबाल इस शेर में एक नहायत अहम नुक्ता बयान करते कि मोमन की ज़वाल पजीरी का असल सबब दौलत की कमी नहीं, बल्कि इसकी फ़िक्र, यकीन और खुदी की कमजोरी। फ़िक्र, मल्टीप्लिकेशन, यू अंडरस्टैंड, दैट इज़ द बिगेस्ट फ्लॉ इन कैपिटलिज्म। असल सरमाया मोमन का ईमान, बुलंद किरदार, गैरत और जहद मुसलसल है। जब ये औसाफ मिट जाएं तो चाहे ख़जाने भरे हों, वो ज़वाल का शिकार हो जाता है। आज के दौर में भी कौमों का मसला गुर्बत नहीं, बल्कि मकसद से गफलत और खुदी की बेकदरी है। हल यही है कि हम अपनी असल ताकत को पहचानें। ठीक है जी। यकीन मोहकम, इल्म अमल की जुस्तजू, किरदार की सच्चाई और इज्तमाही खिदमत, अगर ये औसाफ जिंदा हों तो बेज़री भी इज्जत का बाइस है। वाह। और अगर ये मिट जाएं तो माल और दौलत भी जिल्लत से नहीं बचा सकती। वेरी ट्रू। बुल्ले शाह होनी तो खैर पैसा लुटा के बड़ा खुश होंगे सी। पैसा तो उन्होंने कोल सी ही नहीं। फकीर पैसा लुटा के खुश होंदा है, बादशाह इकट्ठा करके भी नंगा रहिंदा है और परेशान रहिंदा है। ठीक है जी। ढाका की एक इमारत में हमने देखा, एक ट्विटर पे परीजाद ने लाया है, ये बड़ा मशहूर हैंडल है। पाकिस्तानी फ़ौजियों ने 300 मशरकी पाकिस्तानी लड़कियों को कैद में रखा हुआ था। इन हामला लड़कियों के जिस्म पर एक कपड़ा तक ना था कि कहीं वो खुदकशी ना कर लें। ऐसी 5 लाख खवातीन थी जो फ़ौजियों के जुल्म ज़्यादती का निशाना बनी। जनरल विजय कुमार सिंह, जवाब दियो जी। मुद्दुर रहमान कमीशन रिपोर्ट नहीं ना खोली गई, हुण एक होर दौलत मुश्तरका दी रिपोर्ट आई है, इलैक्शन ते ओह लीक हुई है। मुद्दुर रहमान भी लीक हो रही है, अशात लंदन भी नहीं कर रहा। अंदाज़ा लाओ किन्ने ओह मिले हुए ने, किड्डे वड्डे लंदन और अमरीका दुश्मन ने 25 करोड़ दे, एंड 25 करोड़ डिजर्व करते ने ये टूआ मरवाना पूरी दुनिया तो, इंक्लूडिंग चाचा नज़र चौहान तो। ठीक है जी। अच्छा, फिर ਉਹ ਤੋਂ ਬਾਅਦ तो जी है ਉਹਦੀ शक्ल महराब वाली डॉक्टर अंजुम दी। ਉਹਨੇ ਕਿਹਾ जी कि देखो इस बैन चोद ਦੇ ਮੱਥੇ ਤੇ ਮਹਿਰਾਬ ਦੇਖੋ ਤੇ ਕਿਸ ਤਰ੍ਹਾਂ ਇਹਨੇ ਐਨੈਸਥੀਸੀਆ ਦਿੰਦੇ ਦਿੰਦੇ तो पेशेंट ਨੂੰ ਅਜੇ ਐਨੈਸਥੀਸੀਆ ਦੇਣਾ ਸੀ ਕਿ ਲੰਨ ਖੜਾ ਹੋ ਗਿਆ ਤੇ ਨਰਸ ਤੇ ਚੜ ਗਿਆ ਲੰਦਨ ਦੇ ਇੱਕ ਹਸਪਤਾਲ ਦੇ ਆਪਰੇਸ਼ਨ ਥੀਏਟਰ 'ਚ। ਇਹ ਤੁਹਾਡੇ ਕਰਤੂਤ ਨੇ। ਮੁਸਲਮਾਨ ਹੋਵੇ, ਡਾਕਟਰ ਹੋਵੇ, दाढ़ी रखी होवे, मत्थे ते महराब होए ते मां चोद ते भैन चोद ना होवे, सवाल ही पैदा नहीं होंदा। ठीक है ना जी। ए है तुहाडा इस्लाम। ठीक है जी। वो कुरान पाक में तो आया है जन्नत दोज़ख का। अच्छा जी, आया है ते फिर तुसी करदे हो ओदी परवाह? फिर ਇਹਦਾ मतलब है ही नहीं।
ਉਹ ਤੇ ਮੈਂ ਤੇ ਅਗਰ ਮੈਨੂੰ ਕਹਾਂ ਸੁਬਹ ਉੱਠਣਾ ਇੱਥੇ ਆਓ ਜੀ ਜਾਓ ਜੀ ਮੈਂ ਉੱਠ ਜਾਵਾਂਗਾ 8 ਵਜੇ ਆਣਾ 7 ਵਜੇ ਉੱਠ ਜਾਵਾਂਗਾ ਇੱਥੇ ਤੁਸੀਂ ਉਹ ਕਰ ਹੀ ਨਹੀਂ ਰਹੇ ਤੇ ਫਿਰ ਤੁਸੀਂ ਕੀ ਕਰਨਾ ਜਨਾਬ ਸਾਹਿਬ ਠੀਕ ਹੈ ਜੀ अच्छा ਹੁਣ ਅੱਗੇ चलिए ठीक है जी अस्सलाम वालेकुम नज़र साहब माशाल्लाह आपका तज्जिया सुना बहुत खूब आप कब अप स्टेट आ रहे हैं बहुत खूबसूरत इलाका है मैं 1 साल से ज़्यादा हुआ कि यहाँ ग्रीन कार्ड पर आया हूँ 2015 में लेडी रीडिंग अस्पताल पेशावर से रिटायरमेंट लेकर फारिग हुआ वहाँ कार्डियक एनेस्थेटिस्ट का कंसल्टेंट था अब यहाँ कुछ ख़ास नहीं कर रहा बस 1-2 पैरामेडिकल कोर्स कर रहा हूँ लेकिन पाकिस्तान से निकल कर खुश हूँ आपके वी लोग बहुत शौक से सुनता हूँ गाली गलौज जारी रखें चाशनी और हमारे दिल की भड़ास निकलती हैं खुश रहें आबाद रहें ਉਹਨੂੰ ਆਕਾ ਮੇਰਾ ਵਰਕਸ਼ਾਪ 'ਚ ਲੱਗਾ ਠੁਕ 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 ਕਦੀ ਕਾਰਪੋਰੇਟਰ ਕਿਸੇ ਗੱਡੀ ਦਾ ਟਾਇਰ ਖਰਾਬ ਹੋ ਗਿਆ ਲੰਮਾ ਪੈ ਕੇ ਦੌਲਤ ਅੱਲਾਹ ਤਾਲਾ ਨੇ ਬੇਸ਼ ਪਾ ਦਿੱਤੀ ਕਿਆ ਯਾਰ ਉੱਥੇ ਨਜ਼ਰ ਦੇ ਨਾਲ ਬਫਲੋ ਆ ਜਾ ਨਜ਼ਰ ਦੀਆਂ ਲੱਤਾਂ ਵੀ ਘੁੱਟਿਆ ਕਰਤੇ ਕੋਈ ਅਸੀਂ ਉੱਥੇ ਸਿਸਟਮ ਸੈੱਟ ਕਰੀਏ ਹੁਣ ਦੇਖਾਂਗੇ ਜੀ ਸਾਨੂੰ ਕੀ ਹੁਣ ਚੇਲਾ चेली मिल गए तो सेंटर नहीं है हो जाएगा अल्लाह सेंटर भी कर देगा है जी ये तय है कि इस निज़ाम ने नहीं सुधरना इस सिस्टम को ठीक करने के चक्कर में लोग खुद को और अपने फैमिली सिस्टम को बर्बाद करते हैं साढ़े गुजर ने गिलगत तो लाइए इसी ठीक है ना जी इस सिस्टम को ठीक करने के चक्कर में लोग खुद और अपने फैमिली सिस्टम नु बर्दा ओए अपने आप नु ठीक करो कंजरो ये तय है कि इस निज़ाम ने नहीं सुधरना इंदा ही रहना हमारे तो मैंथन है बेटा बेटी के मैंथन है मैंथन वाला निज़ाम जड़ा है ये ख़त्म नहीं होता फिर इकरामुल हक साहब ने एक बड़ा अच्छा लिखा सी कि बिलियंस है poured into Pakistan's climate change sector 2010 तो लेके और फीडिंग ऑल डोनर स्ट्रीम्स किस तरह उन्होंने पैसा ज़ाया किया they leave to blame the world for Pakistan's suffering but they refuse to face the data that indicts them. The scorecard is merciless. Pakistan's greenhouse gas emissions were minus 250 mtcoe in 2000. By 2005, they climbed to 310. By 2010, 380. By 2015, 460. By 2020, 540. By 2022, 565. By 2023, 575. 24, 585. Nearly a quarter century after the global climate financial taps were opened, Pakistan has doubled its emissions instead of bending. ठीक है ना जी अंदाजा लाओ जी और इन्होंने पैसे कितने मिले हैं nearly a quarter century after अच्छा ठीक है the air tells the same story Lahore and Karachi rank among the dirtiest cities on earth AQI readings average 180 to 250 choking millions of lungs by comparison, Amritsar or Ludhiana, the India range between 110 to 160, while cities in Gujarat and Rajasthan 80 to 140. Why the disparity? Because India in those are we implemented Euro 6 fuel standards with a 10 ppm sulfur cap. Pakistan 2025 still runs on Euro 2 with 500 ppm sulfur standards abandoned by the world decades ago. Worse still, diesel, petrol and LPG are openly adulterated. This is not ignorance, it is neglect bordering on criminality. बहुत ज़बरदस्त डॉक्टर ने किया कि सल्फर दे ਉਹ ਜਿਹੜੇ ਸਟੈਂਡਰਡ ਪੈਟਰੋਲ ਚੋਂ ਕਿੰਨੇ ਘੱਟ ਕਰ ਦਿੱਤੇ ਇੰਡੀਆ 'ਚ ਕਿੰਨਾ ਇੱਕ ਵਾਰੀ ਰੀਡਿੰਗਸ ਜਿਹੜੀਆਂ 180 ਤੋਂ 25 ਤੱਕ ਹੈ ਲਾਹੌਰ ਬਾਕੀ ਜਗ੍ਹਾਵਾਂ ਨੇ ਕਿਹਾ ਬਾਕੀਆਂ 'ਚ 80 ਤੋਂ 140 ਹੈ ਗੁਜਰਾਤ ਐਂਡ ਰਾਜਸਥਾਨ ਕਿਉਂਕਿ ਉਹਨਾਂ ਨੇ ਕੰਮ ਕੀਤਾ ਐਸੇ ਇਹਨਾਂ ਨੂੰ ਕਿੰਨੇ ਮਿਲੇ ਉਹ ਵੀ ਬੜਾ ਅੱਛਾ ਉਹਨਾਂ ਨੇ ਡੋਨਰ ਫੰਡਸ ਮੀਨਵਾਈਲ ਫਲੋ ਲਾਈਕ ਰਿਵਰਸ 2010 ਤੋਂ पाकिस्तान ने $250 million लिया ग्रीन क्लाइमेट फंड spread across projects for glacial outbursts, flood levy, climate resilient agriculture, Karachi's green belt distributed solar and ecosystem based flood management. $250 million GHQ ਦੇ 2H ਚਲਾ ਗਿਆ ਬਰਗੇਡੀਅਰਾਂ ਜਰਨੈਲਾਂ ਦੇ 2H ਚਲਾ ਗਿਆ ਮੈਂਥਨ ਬਣੇ ਸਾਰਾ ਪੈਸਾ ਬਾਹਰ ਨਿਕਲ ਗਿਆ Another USD $80 million comes from the Global Environment Facility. Wajiba.
बायोमास एनर्जी, वेस्ट मैनेजमेंट, लाइफ स्टॉक मैनेजमेंट एंड इंडस्ट्रियल रिफॉर्म्स कितने गया जी वो $80 मिलियन। फिर OECD डाटा शोज $491 मिलियन 2017 च लोन, ठीक है जी। फिर वर्ल्ड बैंक, ADP, UNDP, एवरीवन हैज रिटन चैक्स ऑफ मिलियंस ऑफ US डॉलर। ਜਾਂਦਾ ਕਿੱਥੇ ਹੈ? ਇਹਦੀ ਮਿਸਾਲ ਰਜ਼ਾ ਰੂਮੀ ਹੈ। ਉਹ ਟੱਟੀਆਂ ਲਈ ਉਹਨਾਂ ਨੇ ਬਣਾਇਆ ਸੀ ਐਕਸੈਸ ਟੂ ਜਸਟਿਸ ਪ੍ਰੋਗਰਾਮ। ਇਹਦੇ ਅੱਬੇ ਨੇ ਆਪਣੇ ਬੱਚੇ ਨੂੰ ਹੀ ਰੱਖ ਲਿਆ ਕੰਸਲਟੈਂਟ। ਉਹ ਆਸਟ੍ਰੇਲੀਅਨ ਕੰਸਲਟੈਂਟ ਸੀ, ਉਹਦੇ ਨਾਲ ਏਸ਼ੀਅਨ ਡਿਵੈਲਪਮੈਂਟ ਬੈਂਕ ਦਾ ਲੋਨ ਸੀ। ਔਰ ਜਨਾਬ ਸਾਹਿਬ ਫਿਰ ਰਜ਼ਾ ਰੂਮੀ ਸਾਹਿਬ ਨੇ ਟਕਾ ਕੇ ਖਾਧਾ। ਐਕਸੈਸ ਟੂ ਜਸਟਿਸ ਪ੍ਰੋਗਰਾਮ ਦਾ ਪੁੱਛੋ ਇਹਨੂੰ ਰਜ਼ਾ ਰੂਮੀ ਨੂੰ, ਤੇ ਉਹ ਦੱਸੇਗਾ ਕਿ ਜੀ ਟੱਟੀਆਂ ਬਣਾਈਆਂ ਗਈਆਂ। ਪਤਾ ਨਹੀਂ ਉਹ ਟੱਟੀਆਂ ਹੈ ਸਿਵਲ ਕੋਰਟਸ ਕਿ ਨਹੀਂ। ਇਹ ਦੇਖੋ ਜੀ, ਇੱਥੇ ਤੁਸੀਂ ਇਸ ਵਕਤ ਖੜੇ ਹੋ। ਕੱਲ ਇੱਕ ਹੋਰ ਅੱਛੀ ਚੀਜ਼ ਹੋ ਗਈ ਸੀ ਕਿ ਮੈਂ ਨਾ ਇਹ ਵੀ ਲੈ ਲਿਆ, ਵਿਚ ਇਜ਼ ਗੁੱਡ, ਕਿ ਮੈਨੂੰ ਹੁਣ ਐਕਸਪਲੇਨ ਕਰਨੇ 'ਚ ਥੋੜ੍ਹੀ ਜਿਹੀ ਆਸਾਨੀ ਹੋ ਜਾਂਦੀ ਹੈ। ਇਹ ਮੈਂ ਹਲਕਾ ਜਿਹਾ ਪਲਾਸਟਿਕ ਦਾ ਕਿਤੇ ਚਿਪਕਾਣਾ ਕੀ, ਇਹ ਸਿਲਸਿਲਾ ਇਹ ਸਮਝੋ ਇਹ ਰਾਊਂਡ ਹੈ, ਇਹ ਰਾਊਂਡ ਹੈ। ਗੈਲੈਕਸੀਜ਼, ਯੂਨੀਵਰਸ, ਸਭ ਕੁਛ, ਕੋਸਮਿਕ, ਕੋਸਮੋਸ, ਕੋਸਮਿਕ ਡੈਂਸ, ਸਭ ਕੁਛ ਇੱਥੇ ਹੋ ਰਿਹਾ, ਬਾਹਰੋਂ ਕੁਛ ਨਹੀਂ ਹੋ ਰਿਹਾ। ਨਥਿੰਗ। ਇਹ ਝੂਠ ਹੈ, ਇੱਥੋਂ ਅੰਦਰ ਜਾ ਰਿਹਾ, ਅੰਦਰੋਂ ਹੀ ਸਭ ਕੁਛ ਹੋ ਰਿਹਾ। ਇੱਕ ਮੈਂ ਤੁਹਾਨੂੰ ਹੋਰ ਫੋਟੋ 'ਚ ਸਮਝਾਉਂਦਾ ਹਾਂ। ਇਹ ਸਮਝੋ ਕਿ ਅਸੀਂ ਹਾਂ, ਠੀਕ ਹੈ। ਇੱਥੇ ਇਹ ਅੰਦਰ ਡਾਰਕ ਹੈ, ਸਾਰਾ ਡਾਰਕ ਹੈ। ਜਿੱਥੇ ਜਿੱਥੇ એનર્ਜੀ ਆਉਂਦੀ ਹੈ, ਜਿਹੜੀ ਜਿਹੜੀ ਚੀਜ਼, ਦਰਖਤ ਹੈ, ਮੈਂ, ਤੁਸੀਂ, ਉਹ એનર્ਜੀ ਹੈ, ਉਹ ਗਰੋ ਕਰਦੀ ਹੈ, ਠੀਕ ਹੈ। એનર્ਜੀ ਤੋਂ ਹੀ ਸਾਰੀਆਂ ਚੀਜ਼ਾਂ ਨਿਕਲਣ ਡਈਆਂ, ਸਾਰੀਆਂ ਚੀਜ਼ਾਂ ਇਹਦੇ ਤੋਂ ਨਿਕਲਣ ਡਈਆਂ। ਰਾਸ਼ਾ ਵੀ ਉੱਥੇ ਗਲਤੀ ਕਰ ਗਈ ਜਿੱਥੇ ਉਹਨੇ ਕਿਹਾ ਥੀਸ ਮੈਸੇजेस ਵਰ ਟਰਾਂਸਮਿਟਡ, ਉਹਨੇ ਲਫ਼ਜ਼ ਟਰਾਂਸਮਿਟਡ ਲਿਖਿਆ, ਤੇ ਉਹਨੇ ਫਿਰ ਕਿਹਾ ਸੈਂਟ ਕੇ ਕੀ ਇਸ ਤਰ੍ਹਾਂ ਐਜ਼ ਅ ਮੈਸੇਂਜਰ। ਨੋਬਡੀ ਇਜ਼, ਤੁਹਾਡੇ ਆਪਣੇ ਅੰਦਰ ਹੀ ਹੁੰਦਾ ਹੈ, ਉੱਤੋਂ ਬਾਹਰੋਂ ਮੈਸੇਜ ਨਹੀਂ ਆਉਂਦਾ, ਬਾਹਰੋਂ ਨਹੀਂ ਮੈਸੇਜ ਆਉਂਦਾ। ਇਹ ਰੋਸ਼ਨੀ ਇੰਨੀ ਚਮਕ ਜਾਂਦੀ ਹੈ, ਇੰਨੀ ਚਮਕ ਜਾਂਦੀ ਹੈ, ਹਨੇਰਾ। ਇਹ ਤੇ ਹੁਣ ਮੈਂ ਵਾਈਟ ਪਿਚ ਤੇ ਕਰ ਰਿਹਾ ਨਾ, ਬਲੈਕ ਤੇ ਵਾਈਟ ਮਾਰਕਰ ਨਾਲ ਮੈਂ ਕਰ ਰਿਹਾ ਹੁੰਦਾ ਨਾ, ਤੇ ਜ਼ਿਆਦਾ ਅੱਛਾ ਸਮਝਾਣਾ। ਚਲੋ ਤੁਸੀਂ ਇਹਨੂੰ ਸਮਝ ਲਓ ਕਿ ਇਹ ਰੋਸ਼ਨੀ ਹੈ, ਇਹ ਜਿਹੜੀ ਕਾਲੀ ਜੀ ਮੈਂ ਦਿਖਾਣ ਡਿਆ। ਹੁਣ ਇਹ ਪੀਰਾਂ 'ਚ ਬਹੁਤ ਵੱਧਦੀ ਸੀ, ਵੱਧਦੀ ਜਾਂਦੇ ਸੀ, ਵੱਧਦੀ ਜਾਂਦੇ ਸੀ। ਅੱਛਾ, ਸਾਡੀ ਐਗਜ਼ਿਸਟ, ਅਸੀਂ ਸਾਰੇ ਨਾ ਇੰਟਰਕਨੈਕਟਡ ਹੈ। ਉਹ ਸਾਰੀ ਰੋਸ਼ਨੀ, ਫਰਜ਼ ਕਰੋ ਇਹ ਜਿਹੜਾ ਹੈ ਨਾ, ਇਹ ਸੀ ਹੈ, ਇਹ ਟਰੀ ਹੈ, ਇਹ ਮਾਊਂਟੇਨ ਹੈ, ਬਲਕਿ ਮੈਂ ਉਰਦੂ 'ਚ ਲਿਖ ਦਿੰਦਾ ਪਹਾੜ। ਸਮੁੰਦਰ ਹੈ, ਦਰਖਤ ਹੈ, ਪਹਾੜ ਹੈ, ਅਸੀਂ ਹੈ। ਅਸੀਂ ਸਾਰੇ ਇੰਟਰਕਨੈਕਟਡ ਹੈ, ਡਿਪੈਂਡੈਂਟ ਕੋਈ ਨਹੀਂ, ਆਪਸ 'ਚ ਅਸੀਂ ਬੰਦੇ ਵੀ, ਠੀਕ ਹੈ ਨਾ। ਅਸੀਂ ਆਪਸ 'ਚ ਇੰਟਰਕਨੈਕਟਡ ਹੈ, ਡਿਪੈਂਡੈਂਟ ਨਹੀਂ ਇੱਕ ਦੂਸਰੇ ਤੇ। ਰੋਸ਼ਨੀ ਹੈ, ਠੀਕ ਹੈ ਜੀ। ਇਹ ਰੋਸ਼ਨੀ, ਉਹ ਇਹ ਕੋਸਮੋਸ ਜਿਹੜਾ ਹੈ ਨਾ, ਉਹਦੇ 'ਚ ਹੀ ਸਾਰੇ ਸਿਤਾਰੇ, ਗਲੈਕਸੀ, ਸਭ ਕੁਛ, ਉਹ ਰੋਸ਼ਨੀ। ਇਹ ਜਿਹੜੀ ਬੋਡੀ ਹੈ ਨਾ, ਕੱਲ ਮੈਂ ਇੱਕ ਬੰਦੇ ਨੂੰ ਸਮਝਾਇਆ, ਉਹਨੂੰ ਬੜੀ ਅੱਛੀ ਸਮਝ ਹੈ। ਐਵੇਂ ਮੈਨੂੰ ਭੇਜ ਦਿੱਤਾ ਨਫਸੇ ਮਾਰਾ ਤੇ ਨਫਸੇ ਲੋੜਾ ਤੇ ਨਫਸੇ ਪਤਾ ਨਹੀਂ ਕੀ ਹਮਾਰਾ। ਇਹ ਬੋਡੀ ਹੈ ਨਾ ਜੀ ਤੁਹਾਡੀ, ਹਤਮੀ ਗੱਲ ਸਮਝਾਤੀ ਉਹਨੇ, ਉਹ ਸਾਡੇ ਸੁਲਤਾਨ ਬਾਹੂ ਸਾਹਿਬ ਨੇ। ਇੱਕ ਉਹਦਾ ਸ਼ੇਰ, ਬਾਜ ਵਿਸਾਲ ਇਲਾਹੀ ਦੇ ਦੁਨੀਆ ਕੋੜੀ ਬਾਜ਼ੀ, ਵਿਸਾਲ ਇਲਾਹੀ ਨਹੀਂ, ਦੁਨੀਆ ਕੋੜੀ ਬਾਜ਼ੀ ਹੈ। ਦੂਸਰਾ ਉਹਨੇ ਸਮਝਾਇਆ, ਇਹ ਮੂੰਹ ਹੈ ਨਾ, ਤੇ ਇਹ ਤੁਹਾਡਾ ਦਿਲ ਹੈ ਨਾ। ਉਹਨੇ ਕਿਹਾ ਜੀ ਦਿਲ ਜਿਹੜਾ ਹੈ ਨਾ, ਇਹ ਬਾਜ਼ਾਰ ਹੈ, ਇਹ ਬਾਜ਼ਾਰ ਹੈ। ਮੂੰਹ ਦਰਵਾਜ਼ਾ ਹੈ, ਦਰਵਾਜ਼ਾ ਹੈ, ਠੀਕ ਹੈ ਜੀ। ਅੱਛਾ, ਦੋ ਫਿਰ ਉਹਨੇ ਚੀਜ਼ਾਂ ਰੱਖੀਆਂ, ਰੂਹ ਸੌਦਾਗਰ ਹੈ, ਸੌਦਾ ਲੈਣਾ। ਇਸ ਬਾਜ਼ਾਰ 'ਚ ਰੂਹ ਸੌਦਾ ਲੈ ਰਹੀ ਹੈ। ਅੱਛਾ, ਲੇਕਿਨ ਉਹਨੂੰ ਰਹਿਜ਼ਨ ਪੈ ਰਿਹਾ ਵਿੱਚ, ਇਹ ਉਹ ਸੌਦਾ ਲੈਣ ਜਾ ਰਹੀ ਹੈ,
ਰਹਿਜ਼ਨ ਵਿੱਚ ਪੈ ਰਿਹਾ ਨਫਸ। ਇੰਨੀ ਸਾਰੀ ਕਹਾਣੀ ਹੈ, ਸਿੰਪਲ ਸਾਦਾ। ਉਹ ਟੂ ਮੌਲਵੀ ਨੇ ਤੁਹਾਨੂੰ ਕੀ ਦੱਸਣਾ ਬਾਬਾ, ਤਫਸੀਰਾਂ ਆਡੀਆਂ ਆਡੀਆਂ ਆ ਗਈਆਂ। ਜ਼ਾਕਿਰ ਉਹਨੂੰ ਮੋਰੀ ਚੋ ਟੱਟੀ ਦੀ ਮੋਰੀ ਚੋ ਦੇ ਏਡ ਹੋ ਗਈ, ਭੈਣ ਚੋਦ ਦੇ ਹਰਾਮਜ਼ਾਦਾ ਮਰੇਗਾ ਹੁਣ। 20 ਬਕਸੇ ਲੈ ਕੇ ਆ ਗਿਆ ਡਿਲਡੋ ਦੇ, ਹਾਂਜੀ ਸੈਕਸ ਟੋਇਸ ਸੀ 20 ਬਕਸਿਆਂ ਚ, ਭੈਣ ਚੋਦ ਦੇ ਕੁੱਤੇ ਬੰਦੇ। ਤੇ ਇਹ ਸੂਰਤ ਹਾਲ ਹੈ। ਮੈਂ ਜਿਹੜਾ ਯੂਨਿਟੀ, ਜਿਹੜਾ ਰੂਮੀ ਸਾਹਿਬ ਵੀ ਯੂਨਿਟੀ ਤੇ ਜ਼ਿਆਦਾ ਜ਼ੋਰ ਦਿੰਦੇ ਆ, ਯੂਨਿਟੀ ਜਿਹਦੇ ਤੇ ਵਨਨੈਸ ਹੈ, ਵਨਨੈਸ, ਹੋਲੀਨੈਸ ਐਂਡ ਯੂਨੀਕਨੈਸ। ਅਸੀਂ ਯੂਨੀਕ ਹੈ, ਵਨਨੈਸ, ਹੋਲੀਨੈਸ ਤੇ ਯੂਨੀਕਨੈਸ। ਮੈਂ ਕੋਸ਼ਿਸ਼ ਕਰਾਂਗਾ ਡਾਕਟਰ ਸੁਹੇਲ ਸਾਹਿਬ ਨੂੰ ਕਹਿਣ ਦੀ ਕਿ ਅਗਰ ਹਾਲੈਂਡ 'ਚ ਸਟੂਡੀਓ ਬਣ ਸਕੇ ਤੇ ਮੇਰੀ ਚੇਲੀ ਜਿਹੜੀ ਹੈ ਉਹ ਮੇਰੇ ਨਾਲ ਡਾਇਲੋਗ 'ਚ ਹੋਇਆ ਕਰੇਗੀ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਸਭ ਤੋਂ ਪਹਿਲਾਂ ਮਜ਼ਾਹਿਰਾ ਹੁੰਦਾ, ਚੀਜ਼ ਜ਼ਾਹਿਰ ਹੁੰਦੀ ਹੈ, ਫਿਰ ਮਨਾਜ਼ਰਾ ਹੁੰਦਾ, ਫਿਰ ਮੁਸ਼ਾਹਿਦਾ ਹੁੰਦਾ, ਉਹਦੀ ਅਸੀਂ ਸ਼ਹਾਦਤ ਦੇਈਦੀ ਹੈ, ਫਿਰ ਮਕਾਲਮਾ। ਤੇ ਮੈਂ ਚਾਹੁੰਦਾ ਹੈ ਕਿ ਮਕਾਲਮਾ ਹੋਏ, ਚਾਹੇ ਉਹ ਬਫੇਲੋ ਦੇ ਸੈਂਟਰ 'ਚ ਹੋਏ, ਬਲਕਿ ਕਿਸੇ ਦੁਨੀਆ ਦੇ ਕੋਨੇ 'ਚ ਵੀ ਅਗਰ ਕੋਈ ਮੈਨੂੰ ਸੁਣਨੇ ਵਾਲਾ, ਚਾਹਨੇ ਵਾਲਾ ਰਹਿੰਦਾ ਆ, ਉਹ ਆਪਣੇ ਕੋਲ ਕੋਈ ਸਟੂਡੀਓ ਔਰ ਸੈਂਟਰ ਬਣਾਉਣਾ ਚਾਹੁੰਦਾ, ਤੇ ਉੱਥੋਂ ਅਸੀਂ ਪ੍ਰੋਗਰਾਮ ਬੀਂਗ ਕਰ ਸਕਦੇ ਹਾਂ। ਕਿਉਂਕਿ ਅੱਛੇ ਕੰਮ ਲਈ ਤੇ ਕੋਈ ਪੈਸਾ ਨਹੀਂ ਖਰਚਦਾ, ਮੈਂ ਦੇਖਿਆ ਹੈ। ਉਹ ਆਏ ਸੀ ਚੀਮਾ ਵਗੈਰਾ ਫੈਮਿਲੀ ਸਟੂਡੀਓਜ਼ ਵਾਲੇ, ਉਹਨਾਂ ਨੂੰ ਇੱਥੇ ਨਿਊਯਾਰਕ 'ਚ ਰਿਸੀਵ ਕੀਤਾ ਗਿਆ, ਉਹਨਾਂ ਨੇ ਰੈਸਟੋਰੈਂਟਾਂ ਦੀ ਪੈਟਰਨੇਜ ਕੀਤੀ, ਡਾਲਰਾਂ ਦੇ ਲਿਫਾਫੇ ਦਿੱਤੇ ਗਏ, ਠੀਕ ਹੈ ਜੀ। ਤੇ ਸਾਡਾ ਨਹੀਂ, ਸਾਨੂੰ ਤੇ ਪਬਲਿਸ਼ਰ ਨਹੀਂ, ਭੈਣ ਚੋਦ ਨੇ ਕਿਤਾਬ ਤੇ ਦੱਲੇ ਨੇ ਲੁੱਟ ਲਿਆ, ਠੀਕ ਹੈ। ਯੂ ਆਰ ਨਾਟ ਡਿਪੈਂਡੈਂਟ ਔਨ ਐਨੀਵਨ, ਠੀਕ ਹੈ। ਯੂ ਆਰ ਨਾਟ ਇਨ ਕੰਪੀਟੀਸ਼ਨ ਵਿਦ ਐਨੀਵਨ, ਤੁਸੀਂ ਕਿਸੇ ਦੇ ਨਾਲ ਮੁਕਾਬਲੇ 'ਚ ਨਹੀਂ, ਠੀਕ ਹੈ। ਹੁਣ ਇਹ ਛੋਟਾ ਬੋਰਡ ਹੈ, ਇਹਦੇ ਨਾਲ ਵੈਸੇ ਮੈਗਨੇਟ ਵੀ ਲੱਗੇ ਸੀ ਪਿੱਛੋਂ ਵੀ ਸੈੱਟ ਦੇ, ਮੈਂ ਕੱਲ੍ਹ ਹੀ ਲਿਆਂਦਾ, ਲੇਕਿਨ ਇਹ ਮੈਨੂੰ ਤੁਹਾਨੂੰ ਸਮਝਾਉਣ ਚੀਜ਼ਾਂ ਬੜੀਆਂ ਆਸਾਨ ਹੋ ਜਾਏਗਾ। ਮੈਂ ਕੋਈ ਥੋੜ੍ਹੇ ਜਿਹੇ ਨਾ ਰੂਹ ਲਈ ਨਾ ਨੀਲਾ ਮਾਰਕਰ ਲਵਾਂਗਾ, ਉਹ ਕੋਈ ਪਿੰਕ ਜਿਹਾ ਮਾਰਕਰ, ਤਾਂ ਕਿ ਇਹਦੇ ਜ਼ਰਾ ਉਹ ਫਰਕ ਜਿਹਾ, ਜਾਂ ਸੰਤਰੀ ਰੰਗ ਦਾ ਮਾਰਕਰ ਐਕਸਪਲੇਨ ਕਰਨ ਲਈ। ਕੱਲ੍ਹ ਉਹ ਇਹਦੇ ਨਾਲ ਉਹਨਾਂ ਨੇ ਇੱਕ ਹੀ ਮਾਰਕਰ ਦਿੱਤਾ ਸੀ। ਜ਼ਿੰਦਗੀ ਬਹੁਤ ਸਾਦਾ ਹੈ, ਜਸ਼ਨ ਹੈ, ਸੈਲੀਬ੍ਰੇਸ਼ਨ ਹੈ, ਨਫਸ ਦਾ ਇਹਦੇ ਚਾਹਨਾ। ਬਲਕਿ ਇਹ ਦੇਖੋ ਨਾ, ਇਹ ਇੰਨਾ ਅੱਛਾ ਇਹਨਾਂ ਦਾ ਸਿਸਟਮ ਹੁੰਦਾ ਕਿ ਇਹਦੇ ਪਿੱਛੇ ਵੀ ਇਹਨਾਂ ਨੇ ਇਹ ਦਿੱਤਾ ਹੋਇਆ, ਦੇਖੋ ਇੰਦਾ ਕਰਕੇ ਮਿਟ ਜਾਂਦੇ ਹੈ। ਇਹ ਬੜਾ ਜ਼ਬਰਦਸਤ ਹੈ ਕਿ ਕਿੱਥੇ ਦੁਨੀਆ ਪਹੁੰਚ ਗਈ। ਤੇ ਸਾਦਾ ਜੀ ਜ਼ਿੰਦਗੀ ਹੈ, ਸਾਦਾ ਜੇ ਮਾਮਲਾਤ ਹੈ। ਇਨਸਾਨ ਇਜ਼ ਅ ਸਪਿਰਿਚੁਅਲ ਬੀਇੰਗ, ਨਾਟ ਅ ਫਿਜ਼ੀਕਲ ਬੀਇੰਗ, रूहानी है इंसान। और अगला फेस जड़ा इंसान दा है रोशनी, इस स्पिरिचुअल जड़ी रोशनी है, रूह दी रोशनी है जड़ी, खुदा जिन्हों मैं कहंदा, ये अपने लिए कोई कंटेनर परमानेंट भी लभ लेगी, प्रोबेबली दैट इज जन्नत। ਇਹਦਾ ਕੰਟੇਨਰ ਹੈ, ਬॉडी नहीं होएगी जन्नत, भुल जाओ, टट्टी टुट्टी नहीं उत्थे है। ऐसा कंटेनर है लभ लेगी जिथे ਜਿਹੜਾ ਪਰਮਾਨੈਂਟ ਬੋਰਡ ਇਹਦਾ ਹੋਏਗਾ। ਇਹ ਦਰਖਤ ਹੈ ਨਾ ਜੀ, ਇਹ ਤੁਸੀਂ ਦੇਖ ਰਹੇ ਹੋ, ਐਡਾ ਵੱਡਾ ਤਣਾ ਹੈ ਇਹਦਾ, ਤੇ ਇਹ ਵਿਚਾਰਾ ਜਦੋਂ ਉਹ ਚਲੀ ਜਾਂਦੀ ਹੈ ਰੂਹ ਤੇ ਉਹ ਖਤਮ ਹੋ ਜਾਂਦਾ, ਤੇ ਉਹ ਤੋਂ ਬਾਅਦ ਤੋਂ ਕੋਈ ਐਸੇ ਉਹਦੇ ਬੋਰਡ ਚਾਹੇ ਕਿ ਇਹ ਪਰਮਾਨੈਂਟ ਰਹੇ। ਕੱਲ ਤੱਕ ਲਈ ਇਜਾਜ਼ਤ, ਅੱਲਾ ਨੇ।